ਇਹ ਗੱਲ ਪੰਜਾਬ ਦੇ ਵਿੱਚ ਬਿਲਕੁਲ ਆਮ ਹੈ ਕਿ ਬਹੁਤ ਸਾਰੀਆਂ ਠੱਗੀਆਂ ਦੀ ਨਿਊਜ਼ ਆਉਂਦੀ ਹੈ। ਲੋਕੀ ਠੱਗੀਆਂ ਤੋਂ ਬਾਵਜੂਦ ਵੀ ਫੇਰ ਇੱਕ ਵਾਰ ਨਵੇਂ ਸ਼ੁਰੂ ਤੋਂ ਅਪਲਾਈ ਕਰਦੇ ਨੇ ਕਿ ਅਸੀਂ ਆਪਣਾ ਦੁਬਾਰਾ ਕੇਸ ਫੇਰ ਅਪਲਾਈ ਕਰੀਏ, ਪੁਰਾਣੀ ਠੱਗੀ ਨੂੰ ਭੁੱਲ ਜਾਂਦੇ ਨੇ। ਉਹਨੂੰ ਇਹ ਨਹੀਂ ਪਤਾ ਕਿ ਉਹਦੀ ਪਿੱਛੇ ਕੀ ਕੰਡੀਸ਼ਨ ਹੈ, ਕਿਵੇਂ ਉਹਨੇ ਤੁਹਾਡੇ ਤੇ ਪੈਸੇ ਲਾਏ, ਉਹਨੇ ਆਪਣੀ ਜ਼ਮੀਨ ਵੇਚੀ, ਕੁਝ ਗਹਿਣੇ ਧਰਿਆ, ਕਿਸੇ ਤੋਂ ਵਿਆਜ ਤੇ ਪੈਸੇ ਲਿੱਤੇ, ਕਿ ਉਹਨਾਂ ਨੇ ਐਕਚੁਅਲ ਦੇ ਵਿੱਚ ਕਿੱਥੋਂ ਪੈਸੇ ਲੈ ਕੇ ਤੁਹਾਨੂੰ ਵਿਦੇਸ਼ ਭੇਜਿਆ। ਅੱਜ ਕੱਲ੍ਹ ਹਰੇਕ ਬੰਦਾ ਚਾਹੁੰਦਾ ਵਿਦੇਸ਼ ਕਿਸੇ ਨਾ ਕਿਸੇ ਤਰੀਕੇ ਪਹੁੰਚਿਆ ਜਾਵੇ। ਕਿਹੜੀਆਂ ਕੰਟਰੀਜ਼ ਹੈਗੀਆਂ ਨੇ ਜਿਹੜੀਆਂ ਇਹ ਕਪਲ ਵੀਜ਼ਾ ਅਲਾਉ ਕਰਦੀਆਂ ਨੇ? ਪਹਿਲੀ ਕੰਟਰੀ ਤਾਂ ਹੈਗੀ ਸੀ ਆਸਟ੍ਰੇਲੀਆ, ਜੋ ਕਿ ਅੱਜ ਕੱਲ੍ਹ ਬੰਦ ਹੈ, ਉਹਦੇ ਬਾਰਡਰਸ ਕਲੋਜ਼ ਨੇ। ਦੂਜੀ ਜਿਹੜੀ ਕੰਟਰੀ ਹੈ ਮੇਜਰਲੀ ਜਿੱਥੇ ਸਪਾਊਸ ਕੇਸ ਅਪਲਾਈ ਹੁੰਦੇ ਨੇ, ਦੂਜੀ ਕੰਟਰੀ ਹੈਗੀ ਯੂਕੇ। ਯੂਕੇ ਦੇ ਵਿੱਚ ਪੋਜ਼ਿਟਿਵ ਗੱਲ ਕੀ ਹੈ ਕਿ ਯੂਕੇ ਨਾ ਤਾਂ ਪਹਿਲਾਂ ਪਿਛਲੇ ਲਾਕਡਾਊਨ 'ਚ ਬੰਦ ਹੋਇਆ ਸੀ, ਨਾ ਹੀ ਯੂਕੇ ਦੇ ਵੀਜ਼ੇ ਬੰਦ ਹੋਏ ਸੀ, ਨਾ ਹੀ ਯੂਕੇ ਨੇ ਆਪਣਾ ਟਰੈਵਲ ਬੰਦ ਕੀਤਾ। ਤੁਸੀਂ ਅੱਜ ਪਲਾਨ ਕਰਦੇ ਹੋ ਕਿ ਅਸੀਂ ਹਸਬੈਂਡ ਵਾਈਫ ਨੇ ਇਕੱਠੇ ਜਾਣਾ ਹੈ, ਤੁਸੀਂ ਅੱਜ ਪਲਾਨ ਕਰਦੇ ਹੋ ਤਾਂ ਤੁਸੀਂ ਅੱਜ ਹੀ ਆਪਣੀ ਫਾਈਲ ਅਪਲਾਈ ਕਰ ਸਕਦੇ ਹੋ। ਮੀਨਸ ਕਿ ਤੁਹਾਨੂੰ ਆਇਲਸ ਕਰਨ ਦੀ ਜ਼ਰੂਰਤ ਨਹੀਂ ਹੈਗੀ। ਵਿਦਆਊਟ ਆਇਲਸ ਦਾ ਮਤਲਬ ਦੇਖੋ ਇਹ ਨਹੀਂ ਹੈਗਾ ਕਿ ਸਟੂਡੈਂਟ ਨੂੰ ਕੁਝ ਵੀ ਨਹੀਂ ਆਉਂਦਾ। ਸਟੂਡੈਂਟ ਨੂੰ ਦੇਖੋ ਇੰਗਲਿਸ਼ ਆਣੀ ਚਾਹੀਦੀ ਹੈ। ਵਿਦਆਊਟ ਆਇਲਸ ਤੋਂ ਇੱਥੇ ਮੇਰਾ ਮਤਲਬ ਇਹ ਹੈ ਕਿ ਸਟੂਡੈਂਟ ਇੰਗਲਿਸ਼ ਚੰਗੀ ਤਰ੍ਹਾਂ ਬੋਲ ਸਕਦਾ ਹੈ ਤੇ ਸਮਝ ਸਕਦਾ ਹੈ। ਸੁਖਵਿੰਦਰ ਜੀ, ਜਿੱਦਾਂ ਤੁਸੀਂ ਜ਼ਿਕਰ ਕਰ ਰਹੇ ਸੀ ਕਿ ਇੰਗਲੈਂਡ ਦੇ ਵਿੱਚ ਇਸ ਵੇਲੇ ਮੌਕਾ ਹੈਗਾ ਕਿ ਤੁਸੀਂ ਆਰਾਮ ਦੇ ਨਾਲ ਜਾ ਸਕਦੇ ਹੋ। 5 ਲੱਖ ਦੇ ਵਿੱਚ ਯੂਕੇ ਜਾਓ, 7 ਲੱਖ ਦੇ ਵਿੱਚ ਯੂਕੇ ਜਾਓ, ਤੇ ਤੁਸੀਂ ਉਸ ਤੋਂ ਜ਼ਿਆਦਾ ਅਮਾਊਂਟ ਕਹਿੰਦੇ ਹੋ। ਵੀ ਇਹ ਕੀ ਸਮਝ ਨਹੀਂ ਆਉਂਦਾ, ਇੱਦਾਂ ਦੀਆਂ ਚੀਜ਼ਾਂ ਕਿਉਂ ਚੱਲ ਰਹੀਆਂ ਨੇ? ਨਹੀਂ ਹਰਦੀਪ ਜੀ, ਇੱਦਾਂ ਦੀ ਕੋਈ ਗੱਲ ਨਹੀਂ ਕਿ ਅਸੀਂ ਜ਼ਿਆਦਾ ਕਹਿੰਦੇ ਹਾਂ। ਐਕਚੁਅਲੀ ਆਈ ਵੀਜ਼ਾ ਇਮੀਗ੍ਰੇਸ਼ਨ ਸਿਰਫ ਔਰ ਸਿਰਫ ਆਥੈਂਟਿਕ ਇਨਫੋਰਮੇਸ਼ਨ ਤੇ ਹੀ ਕੰਮ ਕਰਦੀ ਹੈ। ਆਈ ਵੀਜ਼ਾ ਇਮੀਗ੍ਰੇਸ਼ਨ ਇੱਦਾਂ ਦੀ ਕੰਪਨੀ ਕਿ ਜੋ ਐਕਚੁਅਲ ਦੇ ਵਿੱਚ ਸੱਚ ਹੈ ਚੀਜ਼, ਉਹੀ ਤੁਹਾਨੂੰ ਦੱਸੀ ਜਾਊਗੀ। ਇੰਗਲੈਂਡ ਕੀ ਇਸ ਵੇਲੇ ਜਾਣਾ ਸਹੀ ਹੈਗਾ ਤੁਹਾਡੇ ਹਿਸਾਬ ਨਾਲ, ਜਾਂ ਕੀ ਉੱਥੇ ਫਲਾਈਟਸ ਚੱਲ ਰਹੀਆਂ ਨੇ, ਜਾਂ ਕਿਹੋ ਜਿਹੇ ਹਾਲਾਤ ਨੇ ਜੇ ਵਿਦਿਆਰਥੀਆਂ ਨੇ ਹੁਣ ਜਾ ਕੇ ਪੜ੍ਹਾਈ ਸ਼ੁਰੂ ਕਰਨੀ ਆ? ਜੀ ਬਿਲਕੁਲ ਹਰਦੀਪ ਜੀ, ਦੇਖੋ ਇੰਗਲੈਂਡ ਦੇ ਵਿੱਚ ਪਿਛਲੀ ਆਪਾਂ 17 ਮਈ ਦੀ ਗੱਲ ਕਰੀਏ, 17 ਮਈ ਤੋਂ ਯੂਨੀਵਰਸਿਟੀਜ਼ ਨੇ ਫੇਸ ਟੂ ਫੇਸ ਕਲਾਸਿਸ ਸਟਾਰਟ ਕਰਤੀਆਂ। ਮੀਨਸ ਕਿ ਇੰਗਲੈਂਡ ਇਸ ਟਾਈਮ ਕੰਪਲੀਟਲੀ ਓਪਨ ਹੈ। 22 ਜੂਨ ਤੋਂ ਇੰਗਲੈਂਡ ਦੇ ਵਿੱਚ ਜਿੰਨੀਆਂ ਵੀ ਰਿਸਟ੍ਰਿਕਸ਼ਨ ਸੀਗੀਆਂ ਲਾਕਡਾਊਨ ਦੀਆਂ, ਉਹ ਸਾਰੀਆਂ ਓਪਨ ਹੋ ਜਾਣੀਆਂ ਨੇ। ਸਭ ਤੋਂ ਜ਼ਿਆਦਾ ਜ਼ਰੂਰੀ ਚੀਜ਼ਾਂ ਜਿਹੜੀਆਂ ਇੰਗਲੈਂਡ ਦੇ ਲਈ ਹੈਗੀਆਂ ਤੁਹਾਡੇ ਹਿਸਾਬ ਦੇ ਨਾਲ ਉਹ ਕਿਹੜੀਆਂ ਨੇ? ਅਸੀਂ ਸਟੂਡੈਂਟਸ ਨੂੰ ਗਾਈਡ ਕਰਨਾ ਸ਼ੁਰੂ ਕੀਤਾ ਸੀ ਕਿ ਤੁਹਾਡੇ ਨਾਲ ਠੱਗੀਆਂ ਕਿੱਦਾਂ ਹੁੰਦੀਆਂ ਨੇ, ਕਿੱਦਾਂ ਏਜੰਟਸ ਤੁਹਾਡੇ ਤੋਂ ਪੈਸੇ ਵੱਧ ਲੈਂਦੇ ਨੇ, ਕਿੱਦਾਂ ਤੁਹਾਡਾ ਟਾਈਮ ਖਰਾਬ ਕੀਤਾ ਜਾਂਦਾ ਹੈ, ਕਿੱਦਾਂ ਇੱਕ 10,000 ਦੀ ਚੀਜ਼ ਨੂੰ ਤੁਹਾਡੇ ਸਾਹਮਣੇ 2, 3 ਤੇ 4 ਲੱਖ ਬਣਾ ਕੇ ਪੇਸ਼ ਕੀਤਾ ਜਾਂਦਾ ਹੈ। ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹੋ ਤੁਸੀਂ ਇਸ ਵਕਤ, ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ। ਦੋਸਤੋ, ਅਕਸਰ ਅਸੀਂ ਕੋਸ਼ਿਸ਼ ਕਰਦੇ ਹੁੰਦੇ ਹਾਂ ਕਿ ਤੁਹਾਡੇ ਤੱਕ ਤਮਾਮ ਉਹ ਜਾਣਕਾਰੀ ਪਹੁੰਚਾਉਂਦੇ ਰਹੀਏ ਜਿਹੜੀ ਤੁਹਾਡੇ ਲਈ ਲਾਹੇਵੰਦ ਹੈਗੀ ਆ, ਕਿਉਂਕਿ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਮੌਕੇ ਤੇ ਬਹੁਤ ਸਾਰੇ ਲੋਕ ਵਿਦੇਸ਼ ਜਾਣ ਦੀ ਇੱਛਾ ਰੱਖ ਰਹੇ ਨੇ, ਤੇ ਪਰ ਇਸ ਆਲਮ ਦੇ ਵਿੱਚ ਬਹੁਤ ਸਾਰੀਆਂ ਠੱਗੀਆਂ ਵੀ ਲਗਾਤਾਰ ਹੋ ਰਹੀਆਂ ਨੇ। ਇੱਕ ਅਜਿਹੀ ਠੱਗੀ ਲਗਾਤਾਰ ਅਸੀਂ ਤੁਹਾਡੇ ਤੱਕ ਖਬਰਾਂ ਵੀ ਮੁਖਾਤਿਬ ਕਰਦੇ ਰਹੇ ਹਾਂ ਕਿ ਕਿਸ ਤਰੀਕੇ ਨਾਲ ਅੱਜ ਕੱਲ੍ਹ ਇੱਕ ਨਵੀਂ ਠੱਗੀ ਦਾ ਤਰੀਕਾ ਲੱਭਿਆ ਹੋਇਆ ਸੀਗਾ ਕਿ ਇੱਕ ਜੋੜਾ, ਇੱਕ ਕਪਲ ਜਿਹੜਾ ਆ ਉਹ ਆਪਣੇ ਤੌਰ ਤੇ ਜਾਂ ਸਿੱਧੇ ਤੌਰ ਤੇ ਬਾਹਰ ਜਾਣ ਦੇ ਲਈ ਵਿਆਹ ਕਰਵਾਉਂਦਾ, ਤੇ ਲੜਕੀ ਪਹਿਲਾਂ ਪਹੁੰਚ ਜਾਂਦੀ ਹੈ ਜਾਂ ਲੜਕਾ ਪਹਿਲਾਂ ਪਹੁੰਚ ਜਾਂਦਾ। ਉਸ ਤੋਂ ਬਾਅਦ 6 ਮਹੀਨੇ ਤੱਕ ਉਸ ਤੋਂ ਬਾਅਦ ਕੋਈ ਖਬਰ ਨਹੀਂ ਲੱਗਦੀ ਉਹਨਾਂ ਦੀ, ਤੇ ਇੱਕ ਸਿੱਧੇ ਤੌਰ ਤੇ ਠੱਗੀ ਵੱਜ ਜਾਂਦੀ ਹੈ ਜਿਹੜੇ ਪਰਿਵਾਰ ਨੇ ਪੈਸੇ ਲਾਏ ਹੁੰਦੇ ਨੇ। ਤਾਂ ਅਜਿਹੀ ਠੱਗੀ ਦੀਆਂ ਜਿਹੜੀ ਗਿਣਤੀ ਸੀਗੀ ਲਗਾਤਾਰ ਪਿਛਲੇ ਦਿਨਾਂ ਦੇ ਵਿੱਚ ਵੱਧਦੀ ਗਈ। ਪਰ ਹੁਣ ਇਸ ਸਮੱਸਿਆ ਤੋਂ ਬਚਿਆ ਕਿਵੇਂ ਜਾਵੇ, ਸਭ ਤੋਂ ਵੱਡੀ ਗੱਲ ਇਹ ਹੈਗੀ ਸੀਗੀ। ਤੇ ਪੁਲਿਸ ਜਿੱਥੇ ਆਪਣਾ ਪ੍ਰਸ਼ਾਸਨ ਕੋਸ਼ਿਸ਼ ਕਰ ਰਿਹਾ ਸੀ, ਤਾਂ ਉੱਥੇ ਇੱਕ ਨਵੀਂ ਰਾਹ ਇਹ ਵੀ ਲੱਭੀ ਹੈ ਕਿ ਹੁਣ ਯੂਕੇ ਦੇ ਵਿੱਚ ਬਹੁਤ ਵਧੀਆ ਮੌਕੇ ਮਿਲ ਗਏ ਨੇ। ਤਾਂ ਇਸ ਮੌਕਿਆਂ ਦੀ ਅਸੀਂ ਅੱਜ ਗੱਲ ਕਰਨੀ ਹੈ। ਇਸ ਇੰਟਰਵਿਊ ਦੇ ਜ਼ਰੀਏ ਸਾਡੇ ਨਾਲ ਸੁਖਵਿੰਦਰ ਜੀ ਨੇ ਗੱਲਬਾਤ ਕਰਕੇ ਸਮਝਣਾ ਕਿ ਕਿਸ ਤਰੀਕੇ ਦੇ ਮੌਕੇ ਜਿਹੜੇ ਆ ਇੰਗਲੈਂਡ ਦੀ ਧਰਤੀ ਤੋਂ ਆਏ ਨੇ। ਭਾਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਹਰਦੀਪ ਜੀ। ਸ਼ੋਅ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹਰਦੀਪ ਜੀ, ਇਹ ਗੱਲ ਪੰਜਾਬ ਦੇ ਵਿੱਚ ਬਿਲਕੁਲ ਆਮ ਹੈ ਕਿ ਬਹੁਤ ਸਾਰੀਆਂ ਠੱਗੀਆਂ ਦੀ ਨਿਊਜ਼ ਆਉਂਦੀ ਹੈ। ਲੋਕੀ ਠੱਗੀਆਂ ਤੋਂ ਬਾਵਜੂਦ ਵੀ ਫੇਰ ਇੱਕ ਵਾਰ ਨਵੇਂ ਸ਼ੁਰੂ ਤੋਂ ਅਪਲਾਈ ਕਰਦੇ ਨੇ ਕਿ ਅਸੀਂ ਆਪਣਾ ਦੁਬਾਰਾ ਕੇਸ ਫੇਰ ਅਪਲਾਈ ਕਰੀਏ, ਪੁਰਾਣੀ ਠੱਗੀ ਨੂੰ ਭੁੱਲ ਜਾਂਦੇ ਨੇ। ਬਹੁਤ ਸਾਰੇ ਕੇਸ ਪੁਲਿਸ ਸਟੇਸ਼ਨਾਂ ਦੇ ਵਿੱਚ, ਥਾਣਿਆਂ ਦੇ ਵਿੱਚ, SSP, DSP ਇਹੋ ਜਿਹੇ ਮੌਤਬਰ ਬੰਦਿਆਂ ਕੋਲ ਪਏ ਰਹਿੰਦੇ ਨੇ। ਉਹਨਾਂ ਦੀ ਕੋਈ ਸਾਰ ਨਹੀਂ ਲੈਂਦਾ, ਕਿਉਂਕਿ ਜਿਹੜੀ ਲੜਕੀ ਹੈ ਜਾਂ ਫਿਰ ਆਪਾਂ ਲੜਕੇ ਦੀ ਗੱਲ ਕਰੀਏ ਕਿ ਉਹਨਾਂ ਦੋਨਾਂ 'ਚੋਂ ਇੱਕ ਬੰਦਾ ਜਿਹੜਾ ਪਹਿਲਾਂ ਵਿਦੇਸ਼ ਚਲਾ ਗਿਆ, ਉਹ ਉੱਥੇ ਜਾ ਕੇ ਸਾਰ ਨਹੀਂ ਲੈਂਦਾ ਜਿਹੜਾ ਬੰਦਾ ਇੱਥੇ ਰਹਿ ਗਿਆ। ਉਹਨੂੰ ਇਹ ਨਹੀਂ ਪਤਾ ਕਿ ਉਹਦੀ ਪਿੱਛੇ ਕੀ ਕੰਡੀਸ਼ਨ ਹੈ, ਕਿਵੇਂ ਉਹਨੇ ਤੁਹਾਡੇ ਤੇ ਪੈਸੇ ਲਾਏ, ਉਹਨੇ ਆਪਣੀ ਜ਼ਮੀਨ ਵੇਚੀ, ਕੁਝ ਗਹਿਣੇ ਧਰਿਆ, ਕਿਸੇ ਤੋਂ ਵਿਆਜ ਤੇ ਪੈਸੇ ਲਿੱਤੇ, ਕਿ ਉਹਨਾਂ ਨੇ ਐਕਚੁਅਲ ਦੇ ਵਿੱਚ ਕਿੱਥੋਂ ਪੈਸੇ ਲੈ ਕੇ ਤੁਹਾਨੂੰ ਵਿਦੇਸ਼ ਭੇਜਿਆ। ਇਹ ਠੱਗੀ ਨਾਰਮਲੀ ਉੱਥੇ ਹੁੰਦੀ ਹੈ ਜਿੱਥੇ ਕਿ ਸਟੂਡੈਂਟ ਪਹਿਲਾਂ ਚਲਾ ਜਾਂਦਾ ਹੈ ਤੇ ਉਹਦਾ ਸਪਾਊਸ ਪਿੱਛੇ ਰਹਿ ਜਾਂਦਾ ਹੈ।
ਬਟ ਹੁਣ ਇਸ ਠੱਗੀ ਤੋਂ ਬਚਣ ਲਈ ਜਿਹੜਾ ਸਭ ਤੋਂ ਵਧੀਆ ਰਸਤਾ ਹੈ ਜਾਂ ਮੈਂ ਕਹੂੰਗਾ ਇੱਕ ਸੋਲਿਊਸ਼ਨ ਹੈ, ਉਹ ਸੋਲਿਊਸ਼ਨ ਇਹ ਹੈ ਕਿ ਜੇ ਤੁਸੀਂ ਐਜ਼ ਅ ਕਪਲ ਵੀਜ਼ਾ ਅਪਲਾਈ ਕਰ ਰਹੇ ਹੋ ਤਾਂ ਤੁਹਾਨੂੰ ਕੋਈ ਐਦਾਂ ਦੀ ਕੰਟਰੀ ਚੂਜ਼ ਕਰਨੀ ਚਾਹੀਦੀ ਹੈ ਜਿੱਥੇ ਕਿ ਤੁਸੀਂ ਦੋਨੋਂ ਜਾਣੇ ਇਕੱਠੇ ਇੱਕੋ ਦਿਨ ਇੱਕੋ ਫਲਾਈਟ 'ਚ ਟਰੈਵਲ ਕਰ ਸਕੋ। ਬਿਲਕੁਲ, ਕਿਉਂਕਿ ਅਸੀਂ ਅਕਸਰ ਦੇਖਦੇ ਹਾਂ ਕਿ ਮੋਸਟਲੀ ਇਹ ਕੋਸ਼ਿਸ਼ ਬਹੁਤ ਸਾਰੇ ਅਸੀਂ ਘਟਨਾਵਾਂ ਜਿਹੜੀਆਂ ਪਿਛਲੇ ਦਿਨਾਂ ਦੇ ਵਿੱਚ ਦੇਖੀਆਂ ਵੀ ਹੈਗੀਆਂ ਕਿ ਕਿਉਂਕਿ ਮੁੰਡੇ ਬਹੁਤੇ ਪੜ੍ਹਾਈ ਨਹੀਂ ਕਰਦੇ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੀ, ਤਾਂ ਉਹਨਾਂ ਦਾ ਇਹੀ ਤਰੀਕਾ ਹੁੰਦਾ ਕਿ ਲੜਕੀ ਕੋਈ ਪੜ੍ਹੀ ਲਿਖੀ ਲੱਭੀਏ ਜਿਹੜੀ ਆਇਲਸ ਕਰ ਲਵੇ, ਬੈਂਡ ਅੱਛੇ ਆ ਜਾਣ ਤੇ ਉਹਨੂੰ ਉਹਦਾ ਜ਼ਰੀਆ ਬਣ ਕੇ, ਜਾਣੀ ਕਿ ਅੱਜ ਕੱਲ੍ਹ ਹਰੇਕ ਬੰਦਾ ਚਾਹੁੰਦਾ ਵਿਦੇਸ਼ ਕਿਸੇ ਨਾ ਕਿਸੇ ਤਰੀਕੇ ਪਹੁੰਚਿਆ ਜਾਵੇ, ਤਾਂ ਉਹ ਇਹੀ ਹੁੰਦਾ ਕਿ ਲੜਕੀ ਪਹਿਲਾਂ ਚਲੇਗੀ, ਉਸ ਤੋਂ ਬਾਅਦ ਲੜਕਾ ਪਿੱਛੇ ਰਹਿ ਗਿਆ। ਜੇ ਤਾਂ ਚੰਗਾ ਰਿਸ਼ਤਾ ਰਿਹਾ ਤਾਂ ਲੜਕੀ ਕਿਤੇ ਨਾ ਕਿਤੇ ਬੈਕ ਕਾਲ ਕਰਦੀ ਹੈ, ਨਹੀਂ ਤਾਂ ਫਿਰ ਉਹ ਬਹੁਤ ਜ਼ਿਆਦਾ ਕੇਸਾਂ ਦੇ ਵਿੱਚ ਅਜਿਹਾ ਹੋਇਆ ਕਿ ਲੜਕੀ ਕਿਤੇ ਨਾ ਕਿਤੇ ਸਿੱਧੇ ਤੌਰ ਤੇ ਕਨੈਕਸ਼ਨ ਜਿਹੜਾ ਉਹ ਬਿਲਕੁਲ ਤੋੜ ਲੈਂਦੀ ਹੈ, ਨਾਤਾ ਬਿਲਕੁਲ ਤੋੜ ਲੈਂਦੀ ਹੈ, ਫਿਰ ਉਗ ਸੁਗ ਨਹੀਂ ਲੱਗਦੀ ਤੇ ਮੁੰਡੇ ਨੇ ਜਿੰਨੇ ਪੈਸੇ ਲਾਏ ਹੁੰਦੇ ਨੇ ਉਹ ਸਾਰੇ ਹਵਾ ਹੋ ਜਾਂਦੇ ਨੇ। ਤਾਂ ਸੁਖਵਿੰਦਰ ਜੀ, ਸਭ ਤੋਂ ਵੱਡੀ ਗੱਲ ਇਹ ਹੈ ਕਿ ਹੁਣ ਜਿਹੜੀ ਤੁਸੀਂ ਇਹ ਰਾਏ ਦੇ ਰਹੇ ਹੋ, ਕਿਹੜੀਆਂ ਕੰਟਰੀਜ਼ ਹੈਗੀਆਂ ਨੇ ਜਿਹੜੀਆਂ ਇਹ ਕਪਲ ਵੀਜ਼ਾ ਅਲਾਉ ਕਰਦੀਆਂ ਨੇ, ਜਾਣੀ ਕਿ ਦੋ ਹੀ ਜਣੇ, ਜਾਣੀ ਕਿ ਇੱਕ ਜਿਹਦਾ ਮੇਨ ਵੀਜ਼ਾ ਜਿਹਨੇ ਸਟੱਡੀ ਵੀਜ਼ੇ ਤੇ ਜਾਣਾ ਹੈਗਾ ਤੇ ਨਾਲ ਦੀ ਨਾਲ ਸਪਾਊਸ ਇਕੱਠੇ ਹੀ ਜਾ ਸਕਦੇ ਨੇ, ਕਿਹੜੀਆਂ ਕੰਟਰੀਆਂ ਹੈਗੀਆਂ ਉਹ? ਹਰਦੀਪ ਜੀ, ਮੇਨਲੀ ਤਾਂ ਦੇਖੋ ਦੋ ਹੀ ਕੰਟਰੀਆਂ ਨੇ, ਜੇ ਆਪਾਂ ਕਹੀਏ ਦੋ ਵੱਡੀਆਂ ਕੰਟਰੀਆਂ ਜੋ ਕਿ ਸਪਾਊਸ ਨੂੰ ਨਾਲ ਲਿਜਾਣ ਦੀ ਪਰਮਿਸ਼ਨ ਦਿੰਦੀਆਂ ਨੇ। ਪਹਿਲੀ ਕੰਟਰੀ ਤਾਂ ਹੈਗੀ ਸੀ ਆਸਟ੍ਰੇਲੀਆ, ਜੋ ਕਿ ਅੱਜ ਕੱਲ੍ਹ ਬੰਦ ਹੈ, ਉਹਦੇ ਬਾਰਡਰਸ ਕਲੋਜ਼ ਨੇ ਤੇ ਟਰੈਵਲ ਵੀ ਬੰਦ ਨੇ, ਸਾਰੀਆਂ ਫਲਾਈਟਸ ਆਸਟ੍ਰੇਲੀਆ ਦੀਆਂ ਪਿਛਲੇ 1.5 ਸਾਲ ਤੋਂ ਬੰਦ ਨੇ ਤੇ ਅੱਗੇ ਵੀ ਕੁਝ ਨਹੀਂ ਪਤਾ ਕਿ ਆਸਟ੍ਰੇਲੀਆ ਹੁਣ ਕਦੋਂ ਓਪਨ ਹੋਊਗਾ। ਦੂਜੀ ਜਿਹੜੀ ਕੰਟਰੀ ਹੈ ਮੇਜਰਲੀ ਜਿੱਥੇ ਸਪਾਊਸ ਕੇਸ ਅਪਲਾਈ ਹੁੰਦੇ ਨੇ, ਦੂਜੀ ਕੰਟਰੀ ਹੈਗੀ ਯੂਕੇ। ਯੂਕੇ ਦੇ ਵਿੱਚ ਪੋਜ਼ਿਟਿਵ ਗੱਲ ਕੀ ਹੈ ਕਿ ਯੂਕੇ ਨਾ ਤਾਂ ਪਹਿਲਾਂ ਪਿਛਲੇ ਲਾਕਡਾਊਨ 'ਚ ਬੰਦ ਹੋਇਆ ਸੀ, ਨਾ ਹੀ ਯੂਕੇ ਦੇ ਵੀਜ਼ੇ ਬੰਦ ਹੋਏ ਸੀ, ਨਾ ਹੀ ਯੂਕੇ ਨੇ ਆਪਣਾ ਟਰੈਵਲ ਬੰਦ ਕੀਤਾ। ਆਪਾਂ ਅੱਜ ਦੀ ਗੱਲ ਕਰੀਏ, ਅੱਜ ਇੰਡੀਆ ਦੇ ਵਿੱਚ ਲਾਕਡਾਊਨ ਹੈ, ਵੈਕ ਸੈਂਟਰ ਕਲੋਜ਼ ਨੇ, ਬਟ ਯੂਕੇ ਹਲੇ ਵੀ ਓਪਨ ਹੈ। ਜੇ ਕਿਸੇ ਸਟੂਡੈਂਟ ਦਾ ਵੀਜ਼ਾ ਆ ਜਾਂਦਾ ਹੈ ਤਾਂ ਜਿਹੜਾ ਸਟੂਡੈਂਟ ਹੈ ਉਹ ਟਰੈਵਲ ਕਰ ਸਕਦਾ ਹੈ, ਉਹਦੇ ਨਾਲ ਸਪਾਊਸ ਵੀ ਵੀਜ਼ਾ ਅਪਲਾਈ ਕਰ ਸਕਦਾ ਹੈ ਤੇ ਸਪਾਊਸ ਵੀ ਪਹਿਲੇ ਦਿਨ ਤੋਂ ਨਾਲ ਜਾ ਸਕਦਾ ਹੈ। ਯੂਕੇ ਦੇ ਵਿੱਚ ਅਪਲਾਈ ਕਰਨ ਦਾ ਮੇਨ ਆਪਾਂ ਕਹੀਏ ਕਿ ਸਭ ਤੋਂ ਵੱਡਾ ਮੇਨ ਫਾਇਦਾ ਕੀ ਹੈ, ਉਹ ਇਹ ਹੈ ਕਿ ਇੱਕ ਤਾਂ ਯੂਕੇ ਦੇ ਵਿੱਚ ਤੁਹਾਡਾ ਟਾਈਮ ਵੇਸਟ ਬਿਲਕੁਲ ਨਹੀਂ ਹੋਊਗਾ। ਤੁਸੀਂ ਅੱਜ ਪਲਾਨ ਕਰਦੇ ਹੋ ਕਿ ਅਸੀਂ ਹਸਬੈਂਡ ਵਾਈਫ ਨੇ ਇਕੱਠੇ ਜਾਣਾ ਹੈ, ਤੁਸੀਂ ਅੱਜ ਪਲਾਨ ਕਰਦੇ ਹੋ ਤਾਂ ਤੁਸੀਂ ਅੱਜ ਹੀ ਆਪਣੀ ਫਾਈਲ ਅਪਲਾਈ ਕਰ ਸਕਦੇ ਹੋ। ਮੀਨਸ ਕਿ ਤੁਹਾਨੂੰ ਆਇਲਸ ਕਰਨ ਦੀ ਜ਼ਰੂਰਤ ਨਹੀਂ ਹੈਗੀ। ਜੇ ਤੁਹਾਡੀ ਪ੍ਰੋਫਾਈਲ ਚੰਗੀ ਹੈ, ਤੁਹਾਡੀ ਪਰਸੈਂਟੇਜ ਚੰਗੀ ਹੈ, ਤੁਹਾਡੇ ਇੰਗਲਿਸ਼ ਦੇ ਵਿੱਚੋਂ ਜਿਹੜੇ ਰਿਕੁਆਇਰਡ ਪਰਸੈਂਟੇਜ ਹੈ ਉਹ ਤੁਹਾਡੀ ਅੱਛੀ ਹੈ, ਤਾਂ ਤੁਸੀਂ ਯੂਕੇ ਦੇ ਵਿੱਚ ਅੱਜ ਦੀ ਡੇਟ 'ਚ ਨਾਲ ਦੀ ਨਾਲ ਅਪਲਾਈ ਕਰ ਸਕਦੇ ਹੋ। ਸੁਖਵਿੰਦਰ ਜੀ, ਇਹ ਬੜੀ ਅਹਿਮ ਗੱਲ ਕਹੀ ਤੁਸੀਂ ਕਿ ਬਿਨਾਂ ਆਇਲਸ ਦੇ ਬੰਦਾ ਬਾਹਰ ਪਹੁੰਚ ਸਕਦਾ, ਕਿਉਂਕਿ ਇਸ ਚੀਜ਼ ਨੂੰ ਲੈ ਕੇ ਬਹੁਤ ਸਾਰੀਆਂ ਚੀਜ਼ਾਂ ਲਗਾਤਾਰ ਸਵਾਲਾਂ ਦੇ ਵਿੱਚ ਰਹਿੰਦੀਆਂ ਕਿ ਬਿਨਾਂ ਆਇਲਸ ਤੇ ਕਿੱਦਾਂ ਜਾ ਸਕਦਾ। ਇਹ ਜਿਹੜਾ ਪ੍ਰੋਸੀਜਰ ਹੈਗਾ ਥੋੜਾ ਜਿਹਾ ਇਹਨੂੰ ਜੀ ਸਮਝਾ ਦਿਓ ਤੁਸੀਂ। ਹਰਦੀਪ ਜੀ, ਵਿਦਆਊਟ ਆਇਲਸ ਦਾ ਮਤਲਬ ਦੇਖੋ ਇਹ ਨਹੀਂ ਹੈਗਾ ਕਿ ਸਟੂਡੈਂਟ ਨੂੰ ਕੁਝ ਵੀ ਨਹੀਂ ਆਉਂਦਾ। ਸਟੂਡੈਂਟ ਨੂੰ ਦੇਖੋ ਇੰਗਲਿਸ਼ ਆਉਣੀ ਚਾਹੀਦੀ ਹੈ। ਵਿਦਆਊਟ ਆਇਲਸ ਤੋਂ ਇੱਥੇ ਮੇਰਾ ਮਤਲਬ ਇਹ ਹੈ ਕਿ ਸਟੂਡੈਂਟ ਇੰਗਲਿਸ਼ ਚੰਗੀ ਤਰ੍ਹਾਂ ਬੋਲ ਸਕਦਾ ਹੈ ਤੇ ਸਮਝ ਸਕਦਾ ਹੈ, ਉਹਦੀ ਪਰਸੈਂਟੇਜ ਇੰਨੀ ਕੁ ਹੈਗੀ ਹੈ ਕਿ ਯੂਨੀਵਰਸਿਟੀ ਉਹਨੂੰ ਐਡਮਿਸ਼ਨ ਦੇ ਸਕੇ। ਮੰਨ ਲਓ ਮੈਂ ਸਪਾਊਸ ਕੇਸ ਦੀ ਗੱਲ ਕਰਦਾ ਹਾਂ, ਜਿਹੜੇ ਬੱਚੇ ਨੇ ਗ੍ਰੈਜੂਏਸ਼ਨ ਕੀਤੀ ਹੈ, ਗ੍ਰੈਜੂਏਸ਼ਨ 'ਚ ਉਹਦੇ 60% ਮਾਰਕਸ ਨੇ ਤੇ ਉਸ ਤੋਂ ਬਾਅਦ +2 ਦੇ ਵਿੱਚ ਉਹਦੇ 60% ਮਾਰਕਸ ਨੇ, ਇੰਡੀਵਿਜੂਅਲ ਇੰਗਲਿਸ਼ ਦੇ ਵਿੱਚੋਂ 60 ਤੋਂ 70% ਮਾਰਕਸ ਨੇ। ਆਈ ਵੀਜ਼ਾ ਇਮੀਗ੍ਰੇਸ਼ਨ ਕੋਲ ਕੁਝ ਐਦਾਂ ਦੀ ਯੂਨੀਵਰਸਿਟੀਜ਼ ਨਾਲ ਟਾਈ ਅਪ ਹੈ ਕਿ ਤੁਹਾਨੂੰ ਯੂਨੀਵਰਸਿਟੀਜ਼ ਐਡਮਿਸ਼ਨ ਦਿੰਦੀਆਂ ਨੇ ਇਸ ਬੇਸ ਤੇ, ਬਟ ਉੱਥੇ ਯੂਨੀਵਰਸਿਟੀਜ਼ ਤੁਹਾਡੀ ਜਿਹੜੀ ਇੰਗਲਿਸ਼ ਚੈੱਕ ਕਰਦੀਆਂ ਨੇ, ਤੁਹਾਡਾ ਕ੍ਰੈਡੀਬਿਲਿਟੀ ਇੰਟਰਵਿਊ ਜ਼ਰੂਰ ਹੁੰਦਾ ਹੈ, ਉਹਦੇ ਵਿੱਚ ਤੁਹਾਨੂੰ ਆਪਣੀਆਂ ਬੇਸਿਕ ਚੀਜ਼ਾਂ ਦੱਸਣੀਆਂ ਹੁੰਦੀਆਂ ਨੇ ਕਿ ਤੁਸੀਂ ਕਿਉਂ ਅਪਲਾਈ ਕਰ ਰਹੇ ਹੋ, ਤੁਹਾਡਾ ਮੇਨ ਵਿਜ਼ਨ ਕੀ ਹੈ, ਕਿ ਤੁਸੀਂ ਯੂਕੇ 'ਚ ਪੜ੍ਹ ਕੇ ਅੱਗੇ ਕੀ ਕਰਨਾ ਚਾਹੁੰਦੇ ਹੋ, ਤੁਸੀਂ ਇਹੀ ਕੋਰਸ ਤੇ ਇਹੀ ਯੂਨੀਵਰਸਿਟੀ ਕਿਉਂ ਚੁਣੀ ਹੈ, ਇਹ ਸਾਰੀਆਂ ਚੀਜ਼ਾਂ ਤੁਹਾਡੇ ਤੋਂ ਇੰਟਰਵਿਊ ਦੇ ਵਿੱਚ ਪੁੱਛੀਆਂ ਜਾਂਦੀਆਂ ਨੇ। ਸੁਖਵਿੰਦਰ ਜੀ, ਜਿੱਦਾਂ ਤੁਸੀਂ ਜ਼ਿਕਰ ਕਰ ਰਹੇ ਸੀ ਕਿ ਇੰਗਲੈਂਡ ਦੇ ਵਿੱਚ ਇਸ ਵੇਲੇ ਮੌਕਾ ਹੈਗਾ ਕਿ ਤੁਸੀਂ ਆਰਾਮ ਦੇ ਨਾਲ ਜਾ ਸਕਦੇ ਹੋ, ਕਿਉਂਕਿ ਕਰੋਨਾ ਦਾ ਸਮਾਂ ਚੱਲ ਰਿਹਾ ਤੇ ਇਸ ਕਰਕੇ ਤੁਸੀਂ ਇਸ ਸਮੇਂ ਦੇ ਦੌਰਾਨ ਇੰਗਲੈਂਡ ਦੀ ਧਰਤੀ ਤੇ ਜਾ ਕੇ ਆਪਣਾ ਜਿਹੜਾ ਬਾਹਰ ਜਾਣ ਦਾ ਸੁਪਨਾ ਉਹਨੂੰ ਸਾਕਾਰ ਕਰ ਸਕਦੇ ਹੋ। ਪਰ ਬਹੁਤੇ ਲੋਕ ਕਿਤੇ ਨਾ ਕਿਤੇ ਖਿੱਚ ਜਿਹੜੀ ਉਹਨਾਂ ਦੀ ਕੈਨੇਡਾ ਵੱਲਾਂ ਰਹਿੰਦੀ ਆ ਜਾਂ ਆਸਟ੍ਰੇਲੀਆ ਵੱਲਾਂ ਰਹਿੰਦੀ ਆ, ਤਾਂ ਅਜਿਹੇ ਮੌਕੇ ਤੇ ਇੰਗਲੈਂਡ ਵੱਲਾਂ ਰੁਖ ਕਰਨ ਦਾ ਮੁੱਖ ਮਕਸਦ ਆਪਾਂ ਕੀ ਮੰਨੀਏ? ਹਰਦੀਪ ਜੀ, ਮੇਨਲੀ ਜਿਹੜੇ ਸਟੂਡੈਂਟਸ ਕਹੀਏ ਜਾਂ ਆਪਾਂ ਉਹਨਾਂ ਦੇ ਪੇਰੈਂਟਸ ਦੀ ਵੀ ਗੱਲ ਕਰੀਏ, ਜਾਂ ਜੇ ਕੋਈ ਮੈਰਿਜ ਕਰਦਾ ਹੈ ਤੇ ਅਗਲਾ ਕਹਿੰਦਾ ਹੈ ਕਿ ਮੇਰੀ ਵਾਈਫ ਜਾਂ ਮੇਰੇ ਹਸਬੈਂਡ ਹੈ ਜਿਹੜੇ ਉਹ ਕੈਨੇਡਾ ਦੇ ਵਿੱਚ ਹੋਣੇ ਚਾਹੀਦੇ ਨੇ, ਮੇਨਲੀ ਉਹਦੇ ਪਿੱਛੇ ਦੋ ਰੀਜ਼ਨ ਨੇ। ਪਹਿਲਾ ਰੀਜ਼ਨ ਤਾਂ ਇਹ ਹੈ ਕਿ ਕੈਨੇਡਾ ਦੇ ਵਿੱਚ ਪੜ੍ਹਾਈ ਤੋਂ ਬਾਅਦ ਤੁਹਾਨੂੰ ਪੋਸਟ ਸਟੱਡੀ ਵਰਕ ਪਰਮਿਟ ਮਿਲਦਾ ਹੈ, ਤੇ ਦੂਜੀ ਗੱਲ ਇਹ ਹੈ ਕਿ ਤੁਹਾਨੂੰ ਉੱਥੇ ਸੈਟਲ ਹੋਣ ਦਾ ਮੌਕਾ ਵਧੀਆ ਮਿਲਦਾ ਹੈ। ਮੀਨਸ ਕਿ ਕੈਨੇਡਾ ਦੀ ਇਮੀਗ੍ਰੇਸ਼ਨ ਪਾਲਿਸੀਜ਼ ਬਹੁਤ ਅੱਛੀ ਨੇ ਕਿ ਜੇ ਇੱਕ ਸਟੂਡੈਂਟ ਜਾਂਦਾ ਹੈ ਉੱਥੇ 6 ਤੋਂ 8 ਮਹੀਨੇ ਬਾਅਦ ਆਪਣੇ
ਸਪਾਊਸ ਨੂੰ ਬੁਲਾਉਂਦਾ ਹੈ ਤੇ ਸਪਾਊਸ ਨੂੰ ਓਪਨ ਵਰਕ ਪਰਮਿਟ ਮਿਲਦਾ ਹੈ ਤੇ ਸਪਾਊਸ ਕਿਤੇ ਵੀ ਉੱਤੇ ਕੋਈ ਰਿਸਟ੍ਰਿਕਸ਼ਨ ਨਹੀਂ ਹੁੰਦੀ, ਉਹ ਕਿਤੇ ਵੀ ਕੰਮ ਕਰ ਸਕਦੇ ਨੇ ਕੈਨੇਡਾ ਦੇ ਵਿੱਚ। ਤੇ ਉਸ ਤੋਂ ਬਾਅਦ ਬਹੁਤ ਹੀ ਜਲਦੀ 3 ਤੋਂ 4 ਸਾਲਾਂ ਦੇ ਵਿੱਚ ਉਹ ਕਪਲ ਸੈਟਲ ਹੋ ਸਕਦਾ, ਉਹਨਾਂ ਨੂੰ PR ਮਿਲ ਸਕਦੀ ਹੈ ਜੀ। ਇਹੀ ਕਾਰਨ ਹੈ ਕਿ ਲੋਕੀ ਜ਼ਿਆਦਾਤਰ ਕੈਨੇਡਾ ਜਾਂਦੇ ਨੇ ਤੇ ਯੂਕੇ ਨੂੰ, ਆਸਟ੍ਰੇਲੀਆ ਨੂੰ ਲੋਕੀ ਇੰਨਾ ਪ੍ਰੈਫਰ ਨਹੀਂ ਕਰਦੇ। ਬਟ ਹੁਣ ਯੂਕੇ ਨੇ ਕੀ ਕਰਤਾ, ਯੂਕੇ ਨੇ ਵੀ ਪੋਸਟ ਸਟੱਡੀ ਵਰਕ ਪਰਮਿਟ ਦੇਣਾ ਸ਼ੁਰੂ ਕਰਤਾ ਤੇ ਯੂਕੇ ਦੇ ਵਿੱਚ ਵੀ ਪੁਆਇੰਟ ਬੇਸਡ PR ਸਿਸਟਮ ਹੈ ਜਿਹੜੀ ਉਹ ਸਟਾਰਟ ਹੋ ਚੁੱਕੀ ਹੈ ਜੀ। ਜਾਣੀ ਕਿ ਹੁਣ ਉਧਰ ਵੀ ਵਿਦਿਆਰਥੀਆਂ ਨੂੰ ਉਹੀ ਸਹੂਲਤਾਂ ਮਿਲ ਸਕਦੀਆਂ ਨੇ ਜਿਹੜੀਆਂ ਕੈਨੇਡਾ ਦੇ ਵਿੱਚ ਮਿਲਦੀਆਂ। ਭਾਈ ਜੀ, ਇੱਕ ਮਾਰਕੀਟ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਵੀ ਚਰਚਾਵਾਂ ਬਹੁਤ ਵੱਡੇ ਪੱਧਰ ਤੇ ਛਿੜੀਆਂ ਹੋਈਆਂ ਕਿ 5 ਲੱਖ ਦੇ ਵਿੱਚ UK ਜਾਓ, 7 ਲੱਖ ਦੇ ਵਿੱਚ UK ਜਾਓ, ਤੇ ਤੁਸੀਂ ਉਹ ਤੋਂ ਜ਼ਿਆਦਾ ਅਮਾਊਂਟ ਕਹਿੰਦੇ ਹੋ ਵੀ ਇਹ ਕੀ ਸਮਝ ਨਹੀਂ ਆਉਂਦਾ ਇੱਦਾਂ ਦੀਆਂ ਚੀਜ਼ਾਂ ਕਿਉਂ ਚੱਲ ਰਹੀਆਂ ਨੇ? ਕਿ ਉਹ ਸੇਵਾ ਕਰ ਰਹੇ ਨੇ ਜਾਂ ਤੁਸੀਂ ਜ਼ਿਆਦਾ ਪੈਸੇ ਵਸੂਲ ਰਹੇ ਹੋ ਲੋਕਾਂ ਤੋਂ? ਨਹੀਂ ਹਰਦੀਪ ਜੀ, ਇੱਦਾਂ ਦੀ ਕੋਈ ਗੱਲ ਨਹੀਂ ਕਿ ਅਸੀਂ ਜ਼ਿਆਦਾ ਕਹਿੰਦੇ ਹਾਂ। ਐਕਚੁਅਲੀ ਆਈ ਵੀਜ਼ਾ ਇਮੀਗ੍ਰੇਸ਼ਨ ਸਿਰਫ ਔਰ ਸਿਰਫ ऑथेंटिक ਇਨਫੋਰਮੇਸ਼ਨ ਤੇ ਹੀ ਕੰਮ ਕਰਦੀ ਹੈ। ਆਈ ਵੀਜ਼ਾ ਇਮੀਗ੍ਰੇਸ਼ਨ ਇੱਦਾਂ ਦੀ ਕੰਪਨੀ ਕਿ ਜੋ ਐਕਚੁਅਲ ਦੇ ਵਿੱਚ ਸੱਚ ਹੈ ਚੀਜ਼ ਉਹੀ ਤੁਹਾਨੂੰ ਦੱਸੀ ਜਾਊਗੀ। ਇਹ ਗੱਲ ਤੁਸੀਂ ਮੇਰੇ YouTube ਚੈਨਲ ਤੇ ਵੀ ਦੇਖ ਸਕਦੇ ਹੋ। ਮੇਰਾ ਚੈਨਲ ਸੁਖਵਿੰਦਰ ਵੀਜ਼ਾ ਐਕਸਪਰਟ ਹੈ। ਉੱਥੇ ਆਪਾਂ ਜਿਹੜੀ ਵੀਡੀਓਜ਼ ਸ਼ੇਅਰ ਕਰਦੇ ਹਾਂ ਉਹਦੇ ਵਿੱਚ ਆਪਾਂ ਬਿਲਕੁਲ ऑथेंटिक ਇਨਫੋਰਮੇਸ਼ਨ ਹੀ ਦਿੰਦੇ ਹਾਂ। ਯੂਨੀਵਰਸਿਟੀ ਦਾ ਕ੍ਰਾਈਟੇਰੀਆ, ਯੂਨੀਵਰਸਿਟੀ ਦੀ ਫੀਸ ਕਿੰਨੀ ਹੈ ਤੇ ਅੰਬੈਸੀ ਦੇ ਕਿਹੜੇ ਰੂਲਾਂ ਦੇ ਤਹਿਤ ਤੁਹਾਨੂੰ ਵੀਜ਼ਾ ਮਿਲੂਗਾ। ਅਸੀਂ ਸਿਰਫ ਔਰ ਸਿਰਫ ਕਰੀਅਰ ਗਾਈਡੈਂਸ ਜਾਂ ਆਪਾਂ ਕਹੀਏ ਸਟੂਡੈਂਟ ਦੀ ਕਾਉਂਸਲਿੰਗ ਆਪਾਂ ਉਹੀ ਕਰਦੇ ਹਾਂ ਜੋ ਐਕਚੁਅਲ ਦੇ ਵਿੱਚ ਸੱਚ ਹੈ। 3 ਲੱਖ ਤੇ 5 ਲੱਖ ਦੇ ਵਿੱਚ UK ਨਾ ਤਾਂ ਪਿਛਲੇ ਸਾਲ ਪੋਸੀਬਲ ਸੀ, ਨਾ ਹੀ ਅੱਜ ਦੀ ਡੇਟ 'ਚ ਪੋਸੀਬਲ ਹੈ। ਪਿਛਲੇ ਸਾਲ ਵੀ ਯੂਨੀਵਰਸਿਟੀ ਦੀ ਜਿਹੜੀ ਫੀਸਿਸ ਸੀਗੀਆਂ ਉਹ ਸੇਮ ਸੀਗੀਆਂ, 13,000 ਪਾਊਂਡ ਤੋਂ ਲੈ ਕੇ 15,000 ਪਾਊਂਡ। ਤੇ ਆਪਾਂ ਅੱਜ ਦੀ ਇਸ ਸਾਲ ਦੀ ਗੱਲ ਕਰੀਏ ਤਾਂ ਹੁਣ ਵੀ ਜਿਹੜੀਆਂ ਫੀਸਿਸ ਨੇ ਸੇਮ ਨੇ, ਬਦਲਿਆ ਹੈ ਤਾਂ ਸਿਰਫ ਔਰ ਸਿਰਫ ਪਾਊਂਡ ਰੇਟ। ਆਪਾਂ 3 ਲੱਖ ਦੀ ਗੱਲ ਕਰਦੇ ਹਾਂ, 5 ਲੱਖ ਦੀ ਗੱਲ ਕਰਦੇ ਹਾਂ। ਹਰਦੀਪ ਜੀ 32,000 ਤੋਂ ਲੈ ਕੇ 56,000 ਇਹ ਤਾਂ ਹੋ ਗਈ ਅੰਬੈਸੀ ਫੀਸ। ਉਸ ਤੋਂ ਬਾਅਦ ਤੁਹਾਡੀ ਓਵਰਸੀਜ਼ ਹੈਲਥ ਇੰਸ਼ੋਰੈਂਸ ਕਵਰ ਹੈ। ਜੇ ਆਪਾਂ ਸਟੂਡੈਂਟ ਦੀ ਗੱਲ ਕਰੀਏ ਨੀਅਰ ਅਬਾਊਟ 80,000 ਤੋਂ 90,000 ਇਹ ਤੁਹਾਡੀ ਓਵਰਸੀਜ਼ ਹੈਲਥ ਇੰਸ਼ੋਰੈਂਸ ਕਵਰ ਹੈ। ਆਪਾਂ ਹਸਬੈਂਡ ਵਾਈਫ ਦੀ ਗੱਲ ਕਰੀਏ 3 ਲੱਖ ਤਾਂ ਹਰਦੀਪ ਜੀ ਇਹੀ ਹੋ ਗਿਆ। ਫਿਰ ਤੁਸੀਂ ਫੀਸ ਵੀ ਭਰਨੀ ਹੈ 6 ਮਹੀਨੇ ਦੀ। ਜੇ 13,000 ਫੀਸ ਹੈ ਤਾਂ 6500 ਪਾਊਂਡ ਫੀਸ ਹੈ। ਮੀਨਸ ਕਿ 6.5 ਤੋਂ 7 ਲੱਖ ਰੁਪਇਆ ਤੁਹਾਡੀ ਫੀਸ ਹੋ ਗਈ। ਤਾਂ ਹਾਊ ਕੈਨ ਇਟ ਇਜ਼ ਪੋਸੀਬਲ ਕਿ ਬੱਚਾ 3 ਤੋਂ 5 ਲੱਖ 'ਚ ਚੱਲ ਜਾਵੇ? ਇਹ ਤਾਂ ਇੱਕ ਪ੍ਰੋਪਰ ਹੀ ਮਿਸਗਾਈਡੈਂਸ ਹੋ ਗਈ ਨਾ। ਐਡਸ ਚੱਲਦੀਆਂ ਨੇ, ਮੈਂ ਵੀ ਬਹੁਤ ਦੇਖਦਾ ਹਾਂ। ਸਾਨੂੰ ਵੀ ਸਟੂਡੈਂਟਸ ਆ ਕੇ ਕਾਊਂਟਰ ਕੁਐਸਚਨ ਕਰਦੇ ਨੇ ਕਿ ਤੁਸੀਂ ਸਾਨੂੰ 3 ਲੱਖ 'ਚ ਕਿਉਂ ਨਹੀਂ ਭੇਜ ਸਕਦੇ, 5 'ਚ ਕਿਉਂ ਨਹੀਂ ਭੇਜ ਸਕਦੇ। ਉੱਥੇ ਤਾਂ ਇਹ ਹੈ ਕਿ ਇਹ ਐਡਸ ਸਿਰਫ ਔਰ ਸਿਰਫ ਇੱਕ ਬੁਲਾਉਣ ਦਾ ਜ਼ਰੀਆ ਹੈ। ਹੋ ਸਕਦਾ ਹੈ 3 ਤੇ 5 ਲੱਖ ਉਸ ਕੰਪਨੀ ਦੀ ਫੀਸ ਹੋਵੇ, ਆਪ ਦੀ ਫੀਸ ਹੋਵੇ ਜੀ। ਕਿਉਂਕਿ ਬਹੁਤ ਸਾਰੇ ਲੋਕ ਫੇਸ ਇਸ ਚੀਜ਼ ਨੂੰ ਦੇਖ ਕੇ ਚਲੇ ਜਾਂਦੇ ਨੇ ਕਿ ਵੀ ਜੇ ਇੰਨੇ ਘੱਟ ਪੈਸਿਆਂ ਦੇ ਵਿੱਚ ਅਸੀਂ ਇੰਗਲੈਂਡ ਜਾ ਸਕਦੇ ਹਾਂ ਤਾਂ ਅਸੀਂ ਹੋਰ ਕਿਤੇ ਕਿਉਂ ਜਾਣਾ। ਕਿਉਂਕਿ ਇਹ ਬੜਾ ਪੈਸੇ ਬੜੇ ਅਹਿਮੀਅਤ ਰੱਖਦੇ ਨੇ ਬਹੁਤ ਸਾਰੇ ਲੋਕਾਂ ਲਈ। ਕਿਉਂਕਿ ਜਿਨ੍ਹਾਂ ਨੇ ਵਿਦੇਸ਼ ਵੀ ਜਾ ਕੇ ਕਮਾਈ ਕਰਨੀ ਹੈ ਤਾਂ ਉਹ ਇੱਥੇ ਵੀ ਸੋਚਦੇ ਹੁੰਦੇ ਨੇ ਕਿ ਪੈਸੇ ਜਿੰਨਾ ਬਚਾ ਹੋਵੇ ਉਨਾ ਸਹੀ ਹੈ। ਭਾਈ ਜਦੋਂ ਅਸੀਂ ਗੱਲ ਕਰਦੇ ਹਾਂ ਇਸ ਪੂਰੇ ਮਾਮਲੇ ਨੂੰ ਸਮਝਣ ਦੀ, ਜਾਣੀ ਕਿ ਜਿਸ ਤਰੀਕੇ ਦੇ ਹਾਲਾਤ ਬਣੇ ਹੋਏ ਨੇ ਕਰੋਨਾ ਦੇ ਕਰਕੇ, ਤਾਂ ਲੋਕਾਂ ਦੇ ਜ਼ਿਹਨ ਦੇ ਵਿੱਚ ਡਰ ਦਾ ਮਾਹੌਲ ਹਲੇ ਵੀ ਹੈਗਾ। ਇੰਗਲੈਂਡ ਕੀ ਇਸ ਵੇਲੇ ਜਾਣਾ ਸਹੀ ਹੈਗਾ ਤੁਹਾਡੇ ਹਿਸਾਬ ਨਾਲ, ਜਾਂ ਕੀ ਉੱਥੇ ਫਲਾਈਟਸ ਚੱਲ ਰਹੀਆਂ ਨੇ, ਜਾਂ ਕਿਹੋ ਜਿਹੇ ਹਾਲਾਤ ਨੇ ਜੇ ਵਿਦਿਆਰਥੀਆਂ ਨੇ ਹੁਣ ਜਾ ਕੇ ਪੜ੍ਹਾਈ ਸ਼ੁਰੂ ਕਰਨੀ ਹੈ ਆਪਣੀ, ਜਾਂ ਕਿਹੜੇ ਉਹ ਸੈਗਮੈਂਟ ਦੇ ਵਿੱਚ ਜਾ ਕੇ ਪੜ੍ਹਾਈ ਸ਼ੁਰੂ ਕਰ ਸਕਦੇ ਨੇ? ਜੀ ਬਿਲਕੁਲ ਹਰਦੀਪ ਜੀ, ਦੇਖੋ ਇੰਗਲੈਂਡ ਦੇ ਵਿੱਚ ਪਿਛਲੀ ਆਪਾਂ 17 ਮਈ ਦੀ ਗੱਲ ਕਰੀਏ, 17 ਮਈ ਤੋਂ ਯੂਨੀਵਰਸਿਟੀਜ਼ ਨੇ ਫੇਸ ਟੂ ਫੇਸ ਕਲਾਸਿਸ ਸਟਾਰਟ ਕਰਤੀਆਂ। ਮੀਨਸ ਕਿ ਇੰਗਲੈਂਡ ਇਸ ਟਾਈਮ ਕੰਪਲੀਟਲੀ ਓਪਨ ਹੈ। 22 ਜੂਨ ਤੋਂ ਇੰਗਲੈਂਡ ਦੇ ਵਿੱਚ ਜਿੰਨੀਆਂ ਵੀ ਰਿਸਟ੍ਰਿਕਸ਼ਨ ਸੀਗੀਆਂ ਲਾਕਡਾਊਨ ਦੀਆਂ ਉਹ ਸਾਰੀਆਂ ਓਪਨ ਹੋ ਜਾਣੀਆਂ ਨੇ। ਫਲਾਈਟਸ ਲਈ ਇੰਗਲੈਂਡ ਨੇ ਇੱਕ ਅਲੱਗ ਤੋਂ ਹੀਥਰੋ 에ਅਰਪੋਰਟ ਤੇ ਇੱਕ ਅਲੱਗ ਡੈਡੀਕੇਟਲੀ ਜਿਹੜੀਆਂ ਰੈੱਡ ਲਿਸਟ ਕੰਟਰੀਜ਼ ਤੋਂ ਫਲਾਈਟ ਆਉਣਗੀਆਂ ਉਹਨਾਂ ਦਾ ਟਰਮੀਨਲ ਅਲੱਗ ਤੋਂ ਬਣਾਤਾ ਹੋਇਆ ਹੈ। ਮੀਨਸ ਕਿ ਇੰਗਲੈਂਡ ਇਸ ਟਾਈਮ ਕੰਪਲੀਟਲੀ ਕੋਆਪਰੇਟ ਕਰ ਰਿਹਾ ਹੈ ਰੈੱਡ ਲਿਸਟ ਕੰਟਰੀਜ਼ ਨਾਲ, ਉਹਨਾਂ ਦੇ ਉੱਥੋਂ ਆਉਣ ਵਾਲੇ ਇਮੀਗ੍ਰੈਂਟਸ ਨਾਲ, ਜਾਂ ਉੱਥੋਂ ਜਿੰਨੇ ਵੀ ਟਰੈਵਲਰਸ ਨੇ ਆਉਣਾ ਹੈ। ਸਟੂਡੈਂਟਸ ਲਈ ਵੱਡੀ ਖਬਰ ਇਹੀ ਹੈ ਕਿ ਇੰਗਲੈਂਡ ਓਪਨ ਹੈ। ਇੰਡੀਆ ਦੇ ਵਿੱਚ ਵੀ ਜਿਹੜੇ ਕੇਸਿਸ ਨੇ, ਕੋਵਿਡ ਦੇ ਕੇਸਿਸ ਡੇ ਬਾਏ ਡੇ ਘਟ ਰਹੇ ਨੇ, ਨੀਅਰ ਅਬਾਊਟ ਹੁਣ ਲੱਖ ਦੇ ਰਾਊਂਡ ਨੇ। ਤਾਂ ਇੰਡੀਆ ਦੇ ਵਿੱਚ ਵੀ ਹੁਣ ਇਸ ਟਾਈਮ ਲਾਕਡਾਊਨ ਓਪਨ ਹੋ ਜਾਣਾ ਹੈ। VFS ਆਲਰੇਡੀ UK ਦੇ ਜਿਹੜੇ ਓਪਨ ਨੇ, ਉੱਥੇ ਤੁਸੀਂ ਬਾਇਓਮੈਟ੍ਰਿਕ ਕਰਾ ਸਕਦੇ ਹੋ, ਫਾਈਲਸ ਤੁਸੀਂ ਲਗਾ ਸਕਦੇ ਹੋ। ਜੇ ਤੁਸੀਂ ਅੱਜ ਅਪਲਾਈ ਕਰਦੇ ਹੋ ਤੁਹਾਡਾ 5 ਤੋਂ 7 ਦਿਨ 'ਚ ਆਫਰ ਲੈਟਰ ਆ ਜਾਊਗਾ। ਤੁਸੀਂ ਫੀਸ ਦੇਣੀ ਹੈ ਤੇ ਤੁਹਾਡਾ ਕੈਸ਼ ਲੈਟਰ ਆ ਜਾਊਗਾ। ਮੀਨਸ ਕਿ ਜੇ ਤੁਸੀਂ ਅੱਜ ਵੀ ਇੰਗਲੈਂਡ ਦਾ ਕੇਸ ਅਪਲਾਈ ਕਰਦੇ ਹੋ ਤਾਂ ਤੁਸੀਂ ਟਰੈਵਲ ਕਰ ਸਕਦੇ ਹੋ, ਸਪਾਊਸ ਤੁਹਾਡੇ ਨਾਲ ਜਾ ਸਕਦਾ ਹੈ। ਤੁਹਾਨੂੰ ਬਹੁਤ ਜ਼ਿਆਦਾ ਪੁਰਾਣੇ ਫੰਡਸ ਦੀ ਜ਼ਰੂਰਤ ਨਹੀਂ, ਸਿਰਫ ਔਰ ਸਿਰਫ 28 ਦਿਨ ਪੁਰਾਣੇ ਫੰਡ ਦਿਖਾ ਕੇ ਤੁਸੀਂ ਇੰਗਲੈਂਡ ਦੇ ਵਿੱਚ ਜਾ ਸਕਦੇ ਹੋ। ਤੇ ਜਿੰਨਾ ਪੈਸਾ ਤੁਸੀਂ ਲਾਇਆ ਹੈ ਉਹ ਤੁਹਾਡੇ ਲਈ ਵਰਥ ਇਟ ਹੈ। ਵਰਥ ਇਟ ਕਿਉਂ ਹੈ? ਕਿਉਂਕਿ ਇਸ ਟਾਈਮ ਇੰਗਲੈਂਡ ਦੇ ਵਿੱਚ ਬ੍ਰੈਗਜ਼ਿਟ ਤੋਂ ਬਾਅਦ ਜਿਹੜਾ ਮਾਹੌਲ ਬਣਿਆ ਸੀ, ਹੁਣ ਇੰਗਲੈਂਡ ਓਪਨ ਹੋਇਆ ਹੈ ਤੇ ਉੱਥੇ ਇਸ ਟਾਈਮ ਬਹੁਤ ਜ਼ਿਆਦਾ ਕੰਮ ਹੈ।
ਯੂਰੋਪੀਅਨ ਕੰਟਰੀਜ਼ ਤੋਂ ਜਿੰਨੇ ਵੀ ਵਰਕਰ ਸੀਗੇ ਉਹ ਵਾਪਸ ਜਾ ਚੁੱਕੇ ਨੇ ਯੂਰੋਪੀਅਨ ਕੰਟਰੀਜ਼ 'ਚ। ਇਸ ਟਾਈਮ ਇੰਗਲੈਂਡ ਨੂੰ ਜ਼ਰੂਰਤ ਹੈ ਵਰਕਰ ਦੀ, ਇੰਗਲੈਂਡ ਨੂੰ ਜ਼ਰੂਰਤ ਹੈ ਸਟੂਡੈਂਟਸ ਦੀ ਜੋ ਕਿ ਉੱਥੇ ਕੰਮ ਕਰਨ ਤੇ ਉਹਨਾਂ ਦੀ ਇਕਨੋਮੀ ਨੂੰ ਬੂਸਟ ਕਰਨ। ਸਟੂਡੈਂਟਸ ਕੰਮ ਕਰਨਗੇ, ਉਹਨਾਂ ਕੋਲ ਟੈਕਸ ਇਕੱਠਾ ਹੋਊਗਾ। ਉਸ ਤੋਂ ਬਾਅਦ ਜਿਹੜੇ ਵਰਕਰਸ, ਹੁਣ ਇੱਕ ਯੂਕੇ ਨੇ ਨਵੀਂ ਇੰਡੀਆ ਦੇ ਨਾਲ ਇੱਕ ਨਵੀਂ ਸੰਧੀ ਸੀ, ਉਹਦੇ ਉੱਤੇ ਉਹਨਾਂ ਦੇ ਨਵੀਂ ਸੰਧੀ ਤੇ ਸਾਈਨ ਹੋਏ ਨੇ ਉਹਨਾਂ ਦੇ। ਇੱਕ ਨਵੀਂ ਸਕੀਮ ਦੇ ਤਹਿਤ 3000 ਐਪਲੀਕੈਂਟਸ ਉੱਥੇ ਜਾ ਸਕਦੇ ਨੇ ਐਜ਼ ਐਨ ਵਰਕ ਪਰਮਿਟ। ਸਟੂਡੈਂਟ ਨਹੀਂ ਜਾ ਸਕਦੇ ਉਹਦੇ ਵਿੱਚ ਸਿਰਫ ਔਰ ਸਿਰਫ ਵਰਕ ਪਰਮਿਟ ਕਹਿ ਸਕਦੇ ਆਪਾਂ ਨੂੰ, ਕਿਉਂਕਿ ਐਜ਼ ਅ ਟੂਰਿਸਟ ਵੀਜ਼ਾ ਮਿਲੂਗਾ ਤੇ ਉੱਥੇ ਜਾ ਕੇ ਤੁਸੀਂ ਫ੍ਰੀ ਹੋ, ਐਜ਼ ਐਨ ਟੂਰਿਸਟ ਤੁਸੀਂ ਘੁੰਮ ਸਕਦੇ ਹੋ ਤੇ ਤੁਸੀਂ ਉੱਥੇ ਕੰਮ ਕਰ ਸਕਦੇ ਹੋ। 18 ਤੋਂ 30 ਸਾਲ ਦੀ ਏਜ ਚਾਹੀਦੀ ਹੈ, ਹੋਰ ਉਹਦੇ ਵਿੱਚ ਕੋਈ ਵੀ ਰਿਸਟ੍ਰਿਕਸ਼ਨ ਨਹੀਂ ਹੈਗੀ, ਤੁਸੀਂ ਅਪਲਾਈ ਕਰ ਸਕਦੇ ਹੋ। ਇੱਥੋਂ ਕਲੀਅਰਲੀ ਇਹ ਆਪਾਂ ਨੂੰ ਕਲੀਅਰਲੀ ਫੀਲ ਹੁੰਦਾ ਕਿ ਯੂਕੇ ਇਸ ਟਾਈਮ ਸਾਰੇ ਸਟੂਡੈਂਟਸ ਦਾ, ਵਰਕਰਸ ਦਾ ਤੇ ਇਮੀਗ੍ਰੈਂਟਸ ਦਾ ਵੈਲਕਮ ਕਰ ਰਿਹਾ। ਯੂਕੇ ਗਵਰਨਮੈਂਟ ਚਾਹੁੰਦੀ ਹੈ ਕਿ ਸਾਡੇ ਕੋਲ ਮੈਕਸਿਮਮ ਟੂ ਮੈਕਸਿਮਮ ਐਪਲੀਕੈਂਟਸ ਆਉਣ ਤੇ ਇੱਥੇ ਆ ਕੇ ਕੰਮ ਕਰਨ। ਸੁਖਵਿੰਦਰ ਜੀ, ਕਿਉਂਕਿ ਅਸੀਂ ਜਦੋਂ ਵੀ ਆਪਣੇ ਦਰਸ਼ਕਾਂ ਦੇ ਨਾਲ ਗੱਲ ਕਰਦੇ ਹਾਂ ਤਾਂ ਉਹਨਾਂ ਦੇ ਜ਼ਿਹਨ ਦੇ ਵਿੱਚ ਜਿਹੜੇ ਸਵਾਲ ਹੁੰਦੇ ਅਸੀਂ ਉਹ ਤੁਹਾਡੇ ਤੋਂ ਪੁੱਛਣ ਦੀ ਕੋਸ਼ਿਸ਼ ਕੀਤੀ ਹੈ, ਪਰ ਅਖੀਰ ਤੇ ਜੇ ਤੁਹਾਡੇ ਤੱਕ ਪਹੁੰਚ ਕਰਨੀ ਹੋਵੇ, ਤੁਹਾਡਾ ਆਫਿਸ ਕਿੱਥੇ ਹੈਗਾ, ਤੁਹਾਡੇ ਨਾਲ ਰਾਬਤਾ ਕਿਵੇਂ ਕਰਨਾ, ਉਹ ਵੀ ਉਹਨਾਂ ਦੇ ਜ਼ਿਹਨ ਦੇ ਵਿੱਚ ਹੋਊਗਾ, ਤੁਸੀਂ ਉਹਦੇ ਬਾਰੇ ਵੀ ਜ਼ਰੂਰ ਦੱਸ ਦਿਓ। ਤੇ ਨਾਲ ਦੀ ਨਾਲ ਇੱਕ ਬੜੀ ਅਹਿਮ ਚੀਜ਼ ਕਿ ਫਾਈਲ ਜਦੋਂ ਲਗਾਉਣੀ ਹੈ, ਸਭ ਤੋਂ ਜ਼ਿਆਦਾ ਜ਼ਰੂਰੀ ਚੀਜ਼ਾਂ ਜਿਹੜੀਆਂ ਇੰਗਲੈਂਡ ਦੇ ਲਈ ਹੈਗੀਆਂ ਤੁਹਾਡੇ ਹਿਸਾਬ ਦੇ ਨਾਲ ਉਹ ਕਿਹੜੀਆਂ ਨੇ? ਜੀ ਹਰਦੀਪ ਜੀ, ਜੇ ਕਿਸੇ ਵੀ ਸਟੂਡੈਂਟ ਨੇ ਸਾਡੇ ਤੱਕ ਪਹੁੰਚ ਕਰਨੀ ਹੈ ਤਾਂ ਸਾਡਾ ਖੰਨਾ ਦੇ ਵਿੱਚ ਆਫਿਸ ਹੈ, ਪੰਜਾਬ ਤੇ ਇੰਡੀਆ ਗਵਰਨਮੈਂਟ ਤੋਂ ਰਜਿਸਟਰਡ ਆਫਿਸ ਹੈ, ਸਾਡੀ ਪ੍ਰਾਈਵੇਟ ਲਿਮਟਿਡ ਕੰਪਨੀ ਹੈ। ਤੇ ਉਸ ਤੋਂ ਬਾਅਦ ਜੇ ਕੋਈ ਸਾਡੇ ਕੰਪਨੀ ਦੀ ਆਥੈਂਟਿਸਿਟੀ ਚੈੱਕ ਕਰਨਾ ਚਾਹੁੰਦਾ ਤਾਂ ਸਭ ਤੋਂ ਪਹਿਲਾਂ ਮੈਂ ਕਹੂੰਗਾ ਕਿ ਤੁਸੀਂ YouTube ਚੈਨਲ ਸਾਡਾ ਚੈੱਕ ਕਰੋ, ਉੱਥੇ ਮੇਰੀਆਂ ਵੀਡੀਓਜ਼ ਚੈੱਕ ਕਰੋ, ਕਿਉਂਕਿ ਅਸੀਂ ਜਿਹੜੀ ਇਹ ਮੁਹਿੰਮ ਹੈ ਇਹ ਮੁਹਿੰਮ ਅਸੀਂ ਨੌਲੇਜ ਦੇ ਬੇਸ ਤੇ ਸ਼ੁਰੂ ਕੀਤੀ ਸੀ। ਅਸੀਂ ਸਟੂਡੈਂਟਸ ਨੂੰ ਗਾਈਡ ਕਰਨਾ ਸ਼ੁਰੂ ਕੀਤਾ ਸੀ ਕਿ ਤੁਹਾਡੇ ਨਾਲ ਠੱਗੀਆਂ ਕਿੱਦਾਂ ਹੁੰਦੀਆਂ ਨੇ, ਕਿੱਦਾਂ ਏਜੰਟਸ ਤੁਹਾਡੇ ਤੋਂ ਪੈਸੇ ਵੱਧ ਲੈਂਦੇ ਨੇ, ਕਿੱਦਾਂ ਤੁਹਾਡਾ ਟਾਈਮ ਖਰਾਬ ਕੀਤਾ ਜਾਂਦਾ ਹੈ, ਕਿੱਦਾਂ ਇੱਕ 10,000 ਦੀ ਚੀਜ਼ ਨੂੰ ਤੁਹਾਡੇ ਸਾਹਮਣੇ 2, 3 ਤੇ 4 ਲੱਖ ਬਣਾ ਕੇ ਪੇਸ਼ ਕੀਤਾ ਜਾਂਦਾ ਹੈ। ਤੇ ਜੇ ਅਸੀਂ ਗੱਲ ਕਰੀਏ ਜਿਸ ਤਰੀਕੇ ਨਾਲ ਫਾਈਲ ਨੂੰ ਅਪਲਾਈ ਕਰਨਾ ਹੋਵੇ, ਖਾਸ ਕਰਕੇ ਇੰਗਲੈਂਡ ਨੂੰ, ਤਾਂ ਕਿਹੜੀਆਂ ਚੀਜ਼ਾਂ ਮੇਨ ਜਿਹੜੀਆਂ ਚੀਜ਼ਾਂ ਨੇ ਤੁਹਾਡੇ ਜ਼ਿਹਨ ਦੇ ਵਿੱਚ ਹੈ ਜਿਹੜੀਆਂ ਵੀ ਸਭ ਤੋਂ ਪਹਿਲਾਂ ਤੁਹਾਡੇ ਜ਼ਿਹਨ 'ਚ ਹੋਣੀਆਂ ਚਾਹੀਦੀਆਂ? ਇਸ ਤੋਂ ਇਲਾਵਾ ਜੇ ਤੁਸੀਂ ਗਲਤੀ ਕਰਦੇ ਤਾਂ ਉਸ ਦੇ ਨੁਕਸਾਨ ਹੋ ਸਕਦਾ, ਉਹ ਕਿਹੜੀਆਂ ਨੇ ਤੁਹਾਡੇ ਹਿਸਾਬ ਦੇ ਨਾਲ? ਹਰਦੀਪ ਜੀ, ਤੁਸੀਂ ਯੂਕੇ ਦਾ ਕੇਸ ਅਪਲਾਈ ਕਰਨਾ, ਸਭ ਤੋਂ ਪਹਿਲਾਂ ਤਾਂ ਦੇਖੋ ਤੁਹਾਨੂੰ ਆਪਣੀ ਫਾਈਲ ਤੇ ਖੁਦ ਰਿਸਰਚ ਕਰਨਾ ਪੈਣਾ ਹੈ। ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਹਾਡੀ ਫਾਈਲ ਯੂਕੇ ਦੇ ਸਟੱਡੀ ਵੀਜ਼ਾ ਲਈ ਐਲੀਜੀਬਲ ਹੈ ਜਾਂ ਨਹੀਂ ਹੈ। ਐਲੀਜੀਬਿਲਟੀਜ਼ ਮੈਂ ਤੁਹਾਨੂੰ ਦੱਸ ਦਿੰਦਾ, ਜੇ ਤੁਹਾਡੀ ਐਲੀਜੀਬਿਲਟੀ ਹੈ ਤੁਸੀਂ ਮੈਨੂੰ ਨੀਚੇ ਲਿਖੇ ਨੰਬਰਾਂ ਤੇ ਕਾਲ ਕਰ ਸਕਦੇ ਹੋ। ਐਲੀਜੀਬਿਲਟੀ ਹੈ +2 ਦੇ ਵਿੱਚ ਜੇ ਤੁਹਾਡੇ 60 ਤੋਂ 70% ਮਾਰਕਸ ਨੇ ਤੇ +2 ਤੁਸੀਂ 2018, 19 ਤੇ 20 ਦੇ ਵਿੱਚ ਪਾਸ ਆਊਟ ਕੀਤੀ ਹੈ ਤਾਂ ਤੁਸੀਂ ਵਿਦਆਊਟ ਆਇਲਸ ਅਪਲਾਈ ਕਰ ਸਕਦੇ ਹੋ। ਬਟ ਜੇ ਤੁਸੀਂ ਆਇਲਸ ਕੀਤੀ ਹੋਈ ਹੈ ਕੈਨੇਡਾ ਤੋਂ, ਆਸਟ੍ਰੇਲੀਆ ਤੋਂ ਜਾਂ ਕਿਸੇ ਹੋਰ ਕੰਟਰੀ ਤੋਂ ਰਿਫਿਊਜ਼ ਹੋ ਤਾਂ ਵੀ ਤੁਸੀਂ ਯੂਕੇ ਦਾ ਵੀਜ਼ਾ ਅਪਲਾਈ ਕਰ ਸਕਦੇ ਹੋ। ਉਸ ਤੋਂ ਬਾਅਦ ਬੈਚਲਰ ਵਾਲੇ ਸਟੂਡੈਂਟ, ਜੇ ਤੁਸੀਂ ਬੈਚਲਰ ਕੀਤੀ ਹੈ, ਤੁਹਾਡਾ 5 ਤੋਂ 7 ਸਾਲ ਦਾ ਜਾਂ 8 ਸਾਲ ਦਾ ਵੀ ਗੈਪ ਹੈ, ਬਟ ਉਸ ਸਟੱਡੀ ਗੈਪ ਦੇ ਵਿੱਚ ਤੁਹਾਡੇ ਕੋਲ ਜਸਟੀਫਿਕੇਸ਼ਨ ਹੈ ਪ੍ਰੋਪਰ ਕਿ ਤੁਹਾਡਾ ਇਹ ਗੈਪ ਕਿਉਂ ਹੈ, ਤਾਂ ਵੀ ਤੁਸੀਂ ਜਿਹੜਾ ਹੈਗਾ ਯੂਕੇ ਦਾ ਵੀਜ਼ਾ ਅਪਲਾਈ ਕਰ ਸਕਦੇ ਹੋ। ਬਹੁਤ ਹੀ ਲੀਨੀਅਟ ਜਿਹੜੀਆਂ ਰਿਕੁਆਇਰਮੈਂਟਸ ਨੇ ਯੂਨੀਵਰਸਿਟੀ ਦੀਆਂ, ਤੁਹਾਨੂੰ ਸਾਰੀ ਪ੍ਰੈਪਰੇਸ਼ਨ ਆਈ ਵੀਜ਼ਾ ਇਮੀਗ੍ਰੇਸ਼ਨ ਤੋਂ ਕਰਵਾਈ ਜਾਊਗੀ, ਤੁਹਾਡੀ ਫਾਈਲਿੰਗ ਬਿਲਕੁਲ ਪ੍ਰੋਪਰ ਤਰੀਕੇ ਨਾਲ ਕੀਤੀ ਜਾਊਗੀ, ਛੋਟੀ ਤੋਂ ਛੋਟੀ ਚੀਜ਼ ਦਾ ਤੁਹਾਡੀ ਫਾਈਲ ਦੇ ਵਿੱਚ ਧਿਆਨ ਰੱਖਿਆ ਜਾਊਗਾ। ਸਪੈਸ਼ਲੀ ਜਿਹੜੇ ਸਪਾਊਸ ਕੇਸ ਨੇ ਉਹਨਾਂ ਨੂੰ ਮੈਂ ਕਹਿਣਾ ਚਾਹੂੰਗਾ ਕਿ ਜੇ ਤੁਸੀਂ ਆਪਣੇ ਸਪਾਊਸ ਦੇ ਨਾਲ ਜਾਣਾ ਚਾਹੁੰਦੇ ਹੋ, ਪਹਿਲੇ ਦਿਨ ਤੋਂ ਨਾਲ ਜਾਣਾ ਚਾਹੁੰਦੇ ਹੋ, ਤਾਂ ਆਈ ਵੀਜ਼ਾ ਇਮੀਗ੍ਰੇਸ਼ਨ ਪਹਿਲੇ ਦਿਨ ਤੋਂ ਸਪਾਊਸ ਤੇ ਸਟੂਡੈਂਟ ਨੂੰ ਨਾਲ ਇਕੱਠੇ ਭੇਜਦੇ ਨੇ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ, ਤੁਸੀਂ तमाम ਜਾਣਕਾਰੀ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ। ਸਤਿ ਸ਼੍ਰੀ ਅਕਾਲ। ਸੋ ਕੋਸ਼ਿਸ਼ ਕੀਤੀ ਹੈ ਤੁਹਾਨੂੰ ਇਸ ਵੀਡੀਓ ਦੇ ਜ਼ਰੀਏ तमाम ਜਾਣਕਾਰੀ ਦੇਣ ਦੀ, ਕਿਉਂਕਿ ਅਕਸਰ ਬਹੁਤ ਸਾਰੇ ਸਵਾਲ ਸਾਡੇ ਤੱਕ ਪਹੁੰਚਦੇ ਨੇ ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕੋਈ ਨਾ ਕੋਈ ਵੀਜ਼ਾ ਐਕਸਪਰਟ ਜਿਹੜਾ ਹੈ ਇਸ ਕੰਮ ਦੇ ਵਿੱਚ ਹੈਗਾ, ਲਗਾਤਾਰ ਕੋਸ਼ਿਸ਼ ਕਰ ਰਿਹਾ, ਉਹਨੂੰ ਤੁਹਾਡੇ ਮੁਖਾਤਿਬ ਕਰੀਏ ਤੇ ਤੁਹਾਡੇ ਜ਼ਿਹਨ ਦੇ ਵਿੱਚ ਜਿਹੜੇ ਸਵਾਲ ਚੱਲ ਰਹੇ ਨੇ ਉਹਨਾਂ ਦਾ ਜਵਾਬ ਲਈਏ। ਸਭ ਤੋਂ ਵੱਡੀ ਗੱਲ ਇਹ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਠੱਗੀ ਤੋਂ ਬਚਣਾ ਬਹੁਤ ਜ਼ਰੂਰੀ ਹੈ। ਬਹੁਤ ਸਾਰੇ ਲੋਕ ਵਿਦੇਸ਼ਾਂ ਦੇ ਵਿੱਚ ਰੁਖ ਕਰਦੇ ਨੇ, ਵਿਦੇਸ਼ ਜਾਣ ਦੀ ਚਾਹ ਰੱਖਦੇ ਨੇ, ਪਰ ਕਿਤੇ ਨਾ ਕਿਤੇ ਘੱਟ ਜਾਣਕਾਰੀ ਹੋਣ ਦੇ ਕਾਰਨ ਠੱਗੀ ਦਾ ਸ਼ਿਕਾਰ ਹੋ ਜਾਂਦੇ ਨੇ। ਤਾਂ ਸੁਖਵਿੰਦਰ ਜੀ ਨੇ ਤੁਹਾਨੂੰ ਬੜੇ ਬਖੂਬੀ ਢੰਗ ਦੇ ਨਾਲ तमाम ਚੀਜ਼ ਸਮਝਾਈ ਹੈ ਕਿ ਕਿਸ ਤਰੀਕੇ ਨਾਲ ਤੁਸੀਂ ਠੱਗੀ ਦਾ ਸ਼ਿਕਾਰ ਹੁੰਦੇ ਹੋ ਤੇ ਉਸ ਤੋਂ ਬਚਣਾ ਕਿਵੇਂ ਹੈ, ਤੇ ਅੱਜ ਇੰਗਲੈਂਡ ਦੀ ਧਰਤੀ ਤੇ ਕਿਸ ਤਰੀਕੇ ਨਾਲ ਤੁਸੀਂ ਜਾ ਕੇ ਸਿੱਧੇ ਤੌਰ ਤੇ ਇਕੱਠੇ ਸਪਾਊਸ ਵੀਜ਼ਾ ਅਪਲਾਈ ਕਰਕੇ ਇਕੱਠੇ ਜਾ ਸਕਦੇ ਹੋ ਤੇ ਉੱਥੇ ਫਿਰ ਠੱਗੀ ਦੇ ਚਾਂਸ ਜਿਹੜੇ ਨੇ ਉਹ ਨਿਲ ਹੋ ਜਾਂਦੇ ਨੇ। ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਤੁਹਾਡੇ ਜ਼ਿਹਨ ਦੇ ਵਿੱਚ ਕੀ ਸਵਾਲ ਨੇ? ਤੁਸੀਂ ਆਪਣੀਆਂ ਟਿੱਪਣੀਆਂ ਸਾਡੇ ਨਾਲ ਜ਼ਰੂਰ ਸਾਂਝੀਆਂ ਕਰੋ। ਫਿਲਹਾਲ ਤੁਹਾਡੇ ਤੋਂ ਅੱਗੇ ਲੈਂਦੇ ਹਾਂ। ਬਹੁਤ ਬਹੁਤ ਧੰਨਵਾਦ।